ਇਹ ਜਿਹੜੀਆਂ ਹੈਂਕੜਬਾਜ਼ੀਆਂ ਨਾ ਇੱਥੇ ਬੜੇ ਬੜੇ ਹਿਟਲਰ ਸਿਕੰਦਰ ਵਰਗੇ ਆ ਕੇ ਚਲੇ ਗਏ। ਸਿਕੰਦਰ ਨੇ ਵੀ ਕਹਿੰਦਾ ਸੀ ਮੈਂ ਦੁਨੀਆ ਫਤਿਹ ਕਰਨੀ ਹੈ। ਇਹ ਉਹ ਪੰਜਾਬ ਦੀ ਧਰਤੀ ਆ ਜਿਹਨੇ ਸਿਕੰਦਰ ਨੂੰ ਵੀ ਇੱਥੋਂ ਵਕਤ ਪਾਤਾ ਸੀ, ਉਹਨੂੰ ਭਜਾਤਾ ਸੀ। ਅੱਜ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਮਨਰੇਗਾ ਕਰਮਚਾਰੀ ਯੂਨੀਅਨ, ਪੰਚਾਇਤ ਸਕੱਤਰ ਯੂਨੀਅਨ ਅਤੇ ਪੂਰੇ ਪੰਚਾਇਤੀ ਵਿਭਾਗ ਕਿਸਾਨਾਂ ਦੇ ਨਾਲ ਖੜਾ ਏ। ਜੇਕਰ ਸਾਨੂੰ ਲੋੜ ਪਈ ਜਾਂ ਅੱਜ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਪੂਰਾ ਅਸੀਂ ਜਿਹੜਾ ਇਕੱਠ ਕਰਕੇ ਸਾਡਾ ਵਿਭਾਗ ਦਿੱਲੀ ਜਾ ਕੇ ਉਹਨਾਂ ਦੀ ਹਿੱਕ ਤੇ ਜਾ ਕੇ ਬੈਠੇਗਾ ਜੀ। ਸਾਡੇ ਮਨ 'ਚ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਕਿਸਾਨਾਂ ਦਾ ਹੀ ਸੰਘਰਸ਼ ਹੈ, ਇਹਦੇ ਨਾਲ ਸਾਰਿਆਂ ਨੂੰ ਹੀ ਫਰਕ ਪੈਣਾ। ਹੰਕਾਰਿਆ ਤਾਂ ਮਾਰਿਆ। ਮਨਰੇਗਾ ਕਰਮਚਾਰੀਆਂ ਦਾ ਇਹ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਵਿੱਚ ਵੱਧ ਬਹੁਮਤ ਆਉਣ ਨਾਲ ਉਹਨਾਂ ਦੇ ਗਰਦਨ ਦੇ ਵਿੱਚ ਅਜਿਹਾ ਕੀਲਾ ਫਸ ਗਿਆ ਕਿ ਜਿਸ ਨਾਲ ਉਹਨਾਂ ਦੇ ਵਿੱਚ ਹੰਕਾਰ ਆ ਗਿਆ ਹੈ। ਜਿੱਥੇ ਕਿਸਾਨਾਂ ਦੇ ਹੱਕ ਵਿੱਚ ਹਰ ਵਰਗ ਵੱਲੋਂ ਨਾਰਾ ਲਾ ਕੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ, ਉੱਥੇ ਹੀ ਮਨਰੇਗਾ ਯੂਨੀਅਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ ਹੈ। ਤੇ ਅੱਜ ਉਹਨਾਂ ਵੱਲੋਂ ਬਸੀ ਪਠਾਣਾ ਦੇ ਇਲਾਕੇ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਰੈਲੀ ਕੱਢੀ ਜਾ ਰਹੀ ਹੈ। ਤੇ ਗੱਲ ਕਰਾਂਗੇ ਮਨਰੇਗਾ ਕਰਮੀ ਆਗੂ ਨਾਲ, ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ। ਜਿੰਦਾਬਾਦ ਜਿੰਦਾਬਾਦ। ਸਤਿ ਸ੍ਰੀ ਅਕਾਲ ਜੀ। ਮੈਂ ਪਰਮਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਮਨਰੇਗਾ ਕਰਮਚਾਰੀ ਯੂਨੀਅਨ। ਅਸੀਂ ਜਿਹੜਾ ਅੱਜ ਰੋਸ ਮਾਰਚ ਕੱਢ ਰਹੇ ਹਾਂ, ਇਹ ਕਿਸਾਨਾਂ ਦੇ ਸਮਰਥਨ ਵਿੱਚ ਕੱਢ ਰਹੇ ਹਾਂ। ਜੋ ਸਾਡੇ ਕਿਸਾਨ ਅੰਨਦਾਤਾ, ਸਾਡਾ ਅੰਨਦਾਤਾ ਸੜਕਾਂ 'ਤੇ, ਦਿੱਲੀ ਦੀਆਂ ਸੜਕਾਂ 'ਤੇ ਇੰਨੀ ਠੰਡ ਦੇ ਵਿੱਚ ਆਪਣੇ ਹੱਕਾਂ ਦੇ ਲਈ ਲੜ ਰਿਹਾ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਅਤੇ ਸਰਕਾਰ ਨੂੰ, ਭਾਰਤ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮਨਰੇਗਾ ਕਰਮਚਾਰੀ ਯੂਨੀਅਨ, ਪੰਚਾਇਤ ਸਕੱਤਰ ਯੂਨੀਅਨ ਅਤੇ ਪੂਰੇ ਪੰਚਾਇਤੀ ਵਿਭਾਗ ਕਿਸਾਨਾਂ ਦੇ ਨਾਲ ਖੜਾ ਏ। ਜੇਕਰ ਸਾਨੂੰ ਲੋੜ ਪਈ ਜਾਂ ਅੱਜ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਪੂਰਾ ਅਸੀਂ ਜਿਹੜਾ ਇਕੱਠ ਕਰਕੇ ਸਾਡਾ ਵਿਭਾਗ ਦਿੱਲੀ ਜਾ ਕੇ ਉਹਨਾਂ ਦੀ ਹਿੱਕ ਤੇ ਜਾ ਕੇ ਬੈਠੇਗਾ ਜੀ। ਇਸ ਮਨਰੇਗਾ ਕਰਮਚਾਰੀ ਜਿਹਨੇ ਕਿਹਾ ਹੈ ਕਿ ਉਹ ਮਨਰੇਗਾ ਕਰਮਚਾਰੀ ਵੱਡੀ ਗਿਣਤੀ ਵਿੱਚ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ। ਸਾਡੇ ਨਾਲ ਉੱਥੇ ਇੱਕ ਹੋਰ ਆਗੂ ਨੇ, ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮੰਗਤ ਸਿੰਘ, ਜ਼ਿਲ੍ਹਾ ਪ੍ਰਧਾਨ ਪੰਚਾਇਤ ਸੈਕਟਰੀ ਯੂਨੀਅਨ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅਸੀਂ ਕਿਸਾਨ ਸੰਘਰਸ਼ ਦਾ ਪੁਰਜ਼ੋਰ ਹਮਾਇਤ ਕਰਦੇ ਹਾਂ ਤੇ ਕਿਸਾਨਾਂ ਦੇ ਨਾਲ ਖੜੇ ਹਾਂ। ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਉੱਥੇ ਗਏ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਜਿਹੜੇ ਨਹੀਂ ਵੀ ਗਏ ਭਰਾਵੋ, ਕਿਸਾਨਾਂ ਨੂੰ ਹੌਸਲਾ ਦੇਣ ਵਾਸਤੇ ਆਪਣੇ ਘਰਾਂ 'ਤੇ, ਆਪਣੀਆਂ ਗੱਡੀਆਂ 'ਤੇ, ਆਪਣੇ ਸਕੂਟਰਾਂ 'ਤੇ ਹਰੀਆਂ ਝੰਡੀਆਂ ਲਾਓ। ਤੁਹਾਡੀ ਸ਼ਕਤੀ ਉਹਨਾਂ ਦਾ ਹੌਸਲਾ ਆ ਉੱਥੇ ਬੈਠਿਆਂ ਦਾ। ਤੁਹਾਨੂੰ ਵੀ ਪਤਾ ਵੀ ਉੱਥੇ ਠੰਡ ਦੇ ਵਿੱਚ ਹਫ਼ਤੇ ਤੋਂ ਉੱਤੇ ਹੋ ਗਿਆ ਉੱਥੇ ਬੈਠੇ ਨੇ, ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਆ। ਉਹਨਾਂ ਦੇ ਹੱਕ ਇਕੱਲੇ ਉਹਨਾਂ ਦੇ ਨਹੀਂ, ਉਹਨਾਂ ਦੇ ਹੱਕ ਮਜ਼ਦੂਰਾਂ ਦੇ ਵੀ ਹੱਕ ਹੈ, ਮੁਲਾਜ਼ਮਾਂ ਦੇ ਵੀ ਹੱਕ ਹੈ। ਜਿਹੜਾ ਵੀ ਅੰਨ ਖਾ ਰਹੇ ਹਾਂ ਆਪਾਂ, ਉਹ ਕਿਸਾਨ ਪੈਦਾ ਕਰਦਾ। ਤੇ ਇਹ ਚੀਜ਼ ਸਾਡੇ ਮਨ 'ਚ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਕਿਸਾਨਾਂ ਦਾ ਹੀ ਸੰਘਰਸ਼ ਹੈ, ਇਹਦੇ ਨਾਲ ਸਾਰਿਆਂ ਨੂੰ ਹੀ ਫਰਕ ਪੈਣਾ। ਕਿਉਂ? ਜਿਹੜਾ ਇਸੈਂਸ਼ੀਅਲੀ ਕਮੋਡਿਟੀ ਐਕਟ ਹੈ, ਇਹਨਾਂ ਨੇ ਜਿਹੜਾ ਉਹਦੇ ਵਿੱਚ ਅਮੈਂਡਮੈਂਟ ਕਰੀ ਹੈ ਕਿ ਜਿੰਨਾ ਮਰਜ਼ੀ ਭੰਡਾਰਨ ਕਰ ਸਕਦੇ ਆ। ਫਿਰ ਦੋਸਤੋ, ਉਹਦੇ ਵਿੱਚ ਭੰਡਾਰ ਕਰਕੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੇਚਣਾ ਹੈ। ਇਹੀ ਕਣਕ ਜਿਹੜੀ ਅੱਜ ਤੁਹਾਨੂੰ ਆਟਾ 20-25 ਰੁਪਏ ਕਿਲੋ ਮਿਲਦਾ, ਇਹ ਹੋ ਸਕਦਾ 100 ਰੁਪਏ ਦੇ ਵੀ ਮਿਲੇ। ਮੈਂ ਇੱਕ ਮੱਕੀ ਦੇ ਆਟੇ ਦਾ ਪੈਕਟ ਦੇਖਿਆ ਸੀਗਾ ਰਿਲਾਇੰਸ ਦਾ। ਮੱਕੀ ਜਿਹੜਾ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਹੈ 1800 ਰੁਪਏ ਹੈ, ਪਰ ਮੰਡੀਆਂ ਦੇ ਵਿੱਚ ਕਿੰਨੇ ਨੂੰ ਵਿਕੀ? 900 ਨੂੰ। ਉਹਦੇ ਆਟੇ ਦਾ 1 ਕਿਲੋ ਦਾ ਪੈਕਟ 140 ਰੁਪਏ ਦਾ ਰਿਲਾਇੰਸ ਦਾ। ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ, ਜਦੋਂ ਇਹਨਾਂ ਨੂੰ ਫੁੱਲ ਪਾਵਰਾਂ ਮਿਲ ਜਾਣੀਆਂ ਇਸ ਐਕਟ ਦੇ ਅਨੁਸਾਰ, ਤੇ ਸਾਡਾ ਕੀ ਬਣੂਗਾ? ਸਾਨੂੰ ਕਿੰਨਾ ਮਹਿੰਗਾ ਜਿਹੜਾ ਅੰਨ ਮਿਲੂਗਾ। ਸੋ ਸਾਨੂੰ ਸਾਰਿਆਂ ਨੂੰ ਇਹ ਉੱਠ ਕੇ, ਚਾਹੇ ਉਹ ਮਜ਼ਦੂਰ ਹੈ, ਚਾਹੇ ਮੁਲਾਜ਼ਮ ਹੈ, ਚਾਹੇ ਜੋ ਵੀ ਮਰਜ਼ੀ ਆ ਪਿੰਡ ਇੱਥੇ ਹਿੰਦੁਸਤਾਨ ਦਾ ਪ੍ਰਵਾਸੀ ਹੈ, ਵਾਸੀ ਹੈ, ਉਹਨਾਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ, ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਉੱਥੇ ਜਾ ਸਕਦੇ ਆ ਤਾਂ ਸਭ ਤੋਂ ਵਧੀਆ, ਨਹੀਂ ਤਾਂ ਆਪਣੇ ਘਰਾਂ ਦੇ ਉੱਤੇ ਮੈਂ ਅਪੀਲ ਕਰਦਾ, ਘਰਾਂ 'ਤੇ, ਗੱਡੀਆਂ 'ਤੇ ਹਰੀਆਂ ਝੰਡੀਆਂ ਲਾ ਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਕਰੋ। ਕੀ ਕਾਰਨ ਆ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤੇ ਕਿਸਾਨਾਂ ਦੇ ਹੱਕ ਦਾ ਫੈਸਲਾ, ਕਿਉਂਕਿ ਜੇਕਰ ਪ੍ਰਜਾ ਨਹੀਂ ਚਾਹੁੰਦੀ ਤਾਂ ਰਾਜੇ ਨੂੰ ਆਪਣੇ ਫੈਸਲਾ ਵਾਪਸ ਲੈਣਾ ਚਾਹੀਦਾ। ਇਹ ਜਿਹੜੀਆਂ ਹੈਂਕੜਬਾਜ਼ੀਆਂ ਨਾ ਇੱਥੇ ਬੜੇ ਬੜੇ ਹਿਟਲਰ ਸਿਕੰਦਰ ਵਰਗੇ ਆ ਕੇ ਚਲੇ ਗਏ। ਸਿਕੰਦਰ ਨੇ ਵੀ ਕਹਿੰਦਾ ਸੀ ਮੈਂ ਦੁਨੀਆ ਫਤਿਹ ਕਰਨੀ ਹੈ। ਇਹ ਉਹ ਪੰਜਾਬ ਦੀ ਧਰਤੀ ਆ ਜਿਹਨੇ ਸਿਕੰਦਰ ਨੂੰ ਵੀ ਇੱਥੋਂ ਵਕਤ ਪਾਤਾ ਸੀ, ਉਹਨੂੰ ਭਜਾਤਾ ਸੀ, ਉਹਨੂੰ ਮਜਬੂਰ ਕਰਤਾ ਤਾ ਇੱਥੋਂ ਜਾਣ ਵਾਸਤੇ। ਤੇ ਹੁਣ ਪੰਜਾਬੀ ਜਾਗ ਪਏ ਆ। ਪੰਜਾਬੀਆਂ ਨੇ ਇੱਕ ਇਹੀ ਜਿਹੀ ਚਣਗ ਲਾਈ ਹੈ, ਪੰਜਾਬੀਆਂ ਦੇ ਨਾਲ ਉਹਨਾਂ ਦਾ ਛੋਟਾ ਭਰਾ ਹਰਿਆਣਾ ਤੇ ਨਾਲ ਯੂਪੀ, ਰਾਜਸਥਾਨ, ਸਾਰੇ ਹਿੰਦੁਸਤਾਨ ਦੀ ਇਸ ਟਾਈਮ ਮੂਵਮੈਂਟ ਬਣ ਗਈ ਆ। ਇਸ ਟਾਈਮ ਜਿਹੜੇ ਬੜੇ ਬੜੇ ਜਿਨ੍ਹਾਂ ਦੇ ਧੌਣ 'ਚ ਕਹਿੰਦੇ ਆ ਵੀ ਉਹ ਆਕੜ ਖਾਂ ਸੀਗੇ, ਜਿਹੜੇ ਕਹਿੰਦੇ ਸੀ 56 ਇੰਚ ਦਾ ਸਾਡਾ ਸੀਨਾ ਆ, ਅੱਜ ਉੱਥੇ ਪਤਾ ਲੱਗਦਾ ਕਿੰਨੀਆਂ ਰੋਕਾਂ ਦੇ ਬਾਵਜੂਦ
ਖੱਟੜ ਦੀ ਛਾਤੀ ਦੇ ਉੱਪਰ ਦੀ ਲੰਘ ਕੇ ਸ਼ੰਭੂ ਮੋਰਚਾ ਫਤਿਹ ਕਰਿਆ। ਫਿਰ ਉਦੋਂ ਬਾਅਦ ਉਹਨਾਂ ਨੇ ਮੁਰਥਲ ਮੋਰਚਾ, ਕਰਨਾਲ ਮੋਰਚਾ, ਸਾਰਿਆਂ ਨੂੰ ਸਰ ਕਰਕੇ ਦਿੱਲੀ ਪਹੁੰਚ ਗਏ। ਇਹ ਆਕੜ ਉਕੜ ਇੱਥੇ ਕਿਸੇ ਦੀ ਚੱਲਦੀ ਨਹੀਂ। ਪੰਜਾਬੀਆਂ ਨੇ ਨਾ ਕਿਸੇ ਦੀ ਆਕੜ ਚੱਲਣ ਦਿੱਤੀ ਤੇ ਨਾ ਈਨ ਮੰਨੀ ਆ। ਇਹ ਤਾਂ ਕੀ ਚੀਜ਼ ਆ, ਇਹਨਾਂ ਨੂੰ ਹੁਣ ਇੱਦਾਂ ਲੱਗਦਾ ਵੀ ਇਹ ਤਾਂ ਬੁਲਾ ਰਹੇ ਨੇ, ਕਹਿੰਦੇ ਵੀ ਦਿੱਲੀ 'ਚ ਆ ਕੇ ਗੱਲ ਕਰੋ, ਪਰ ਕਿਸਾਨ ਕਹਿੰਦੇ ਵੀ ਅਸੀਂ ਦਿੱਲੀ ਦੇ ਅੰਦਰ ਨਹੀਂ ਵੜਨਾ, ਅਸੀਂ ਤਾਂ ਜਿੱਥੇ ਬੈਠੇ ਆ ਬੈਠ ਗਏ। ਹੁਣ ਤੁਹਾਡੇ ਕੋਲ ਹੋਰ ਕੋਈ ਚਾਰਾ ਹੈ ਨਹੀਂ। ਵੈਸੇ ਚੰਗਾ ਰਹੂਗਾ ਕਿ ਆਪਣੀ ਇੱਜ਼ਤ ਤੁਹਾਡੀ ਬਚ ਰਹੂਗੀ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਮੰਨ ਲਓਗੇ। ਇਹ ਸਤਿ ਸ੍ਰੀ ਅਕਾਲ। ਸੋ ਸਾਡੀ ਇਹੀ ਸਰਕਾਰ ਨੂੰ ਵੀ ਅਪੀਲ ਆ ਕਿ ਜੋ ਕਿਸਾਨਾਂ ਦੀਆਂ ਮੰਗਾਂ ਹੈ ਬਿਲਕੁਲ ਜਾਇਜ਼ ਹੈ। ਸਾਰੇ ਮੁਲਾਜ਼ਮ ਸਾਡੇ ਉਹਨਾਂ ਦੇ ਨਾਲ ਖੜੇ ਆ। ਜੇ ਜ਼ਰੂਰਤ ਪਈ ਤਾਂ ਅਸੀਂ ਉੱਥੇ ਜਾਣ ਵਾਸਤੇ ਵੀ ਤਿਆਰ ਹਾਂ। ਇਹ ਸਨ ਮਨਰੇਗਾ ਆਗੂ ਜਿਹਨੇ ਕਿਹਾ ਹੈ ਕਿ ਕਿਸਾਨਾਂ ਦੀ ਹੌਸਲਾ ਅਫਜ਼ਾ ਲਈ ਸਾਨੂੰ ਆਪਣੇ ਉਹਨਾਂ ਦੇ ਹਰੇ ਝੰਡੇ ਲਗਾ ਕੇ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਤਾਂ ਜੋ ਉਹਨਾਂ ਦੀ ਹੌਸਲਾ ਵਧੇ। ਉੱਥੇ ਹੀ ਸਾਡੇ ਨਾਲ ਹੋਰ ਆਗੂ ਮੌਜੂਦ, ਉਹਨਾਂ ਨਾਲ ਗੱਲ ਕਰਦੇ, ਉਹਨਾਂ ਦਾ ਕੀ ਕਹਿਣਾ ਹੈ। ਮੈਂ ਮਨਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਫਤਿਹਗੜ੍ਹ ਸਾਹਿਬ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜੋ ਇਹ ਸਰਕਾਰ ਨੇ ਬਿੱਲ ਨੇ ਜਿਹੜੇ ਇਹ ਪਾਸ ਕੀਤੇ ਨੇ ਕਿਸਾਨਾਂ ਦੇ ਖਿਲਾਫ, ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਜੇ ਇਸ ਦਾ ਹੱਲ ਨਹੀਂ ਹੋਇਆ ਤਾਂ ਅਸੀਂ ਆਪਣਾ ਜ਼ਿਲ੍ਹੇ ਲੈਵਲ ਤੋਂ ਪੰਜਾਬ ਲੈਵਲ ਤੇ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਕਿਸਾਨਾਂ ਦਾ ਸਾਥ ਦੇਵਾਂਗੇ। ਅੱਜ ਰੈਲੀ ਕਰਨ ਦਾ ਕੀ ਤੁਹਾਡਾ ਏਜੰਡਾ ਸੀ? ਅੱਜ ਰੈਲੀ ਕਰਨ ਦਾ ਸਾਡਾ ਇਹੀ ਏਜੰਡਾ ਹੈ ਕਿ ਜਿਹੜਾ ਕਿਸਾਨਾਂ ਨੂੰ ਅਸੀਂ ਪਿੱਛੇ ਤੋਂ ਜਿਹੜੇ ਦਿੱਲੀ ਬੈਠੇ ਨੇ ਤਾਂ ਜਿਹੜੇ ਜਾਂ ਘਰਾਂ 'ਚ ਨੇ, ਜਿਵੇਂ ਅਸੀਂ ਹੁਣ ਇੱਥੇ ਆ, ਅਸੀਂ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨ ਲਈ ਇੱਕ ਰੈਲੀ ਜਿਹੜਾ ਮਾਰਚ ਹੈ ਕੱਢ ਰਹੇ ਹਾਂ, ਰੋਸ ਮਾਰਚ ਕਰ ਰਹੇ ਹਾਂ। ਜਿੱਥੇ ਕਿ ਕੇਂਦਰ ਸਰਕਾਰ ਪ੍ਰਤੀ ਹਰ ਵਰਗ ਵਿੱਚ ਰੋਸ ਹੈ, ਉੱਥੇ ਹੀ ਮਨਰੇਗਾ ਵਰਕਰਾਂ ਦੇ ਵਿੱਚ ਵੀ ਇਸ ਪ੍ਰਤੀ ਰੋਸ ਵੱਧ ਰਿਹਾ ਹੈ। ਤੇ ਉੱਥੇ ਗੱਲ ਕਰਦੇ ਹਾਂ ਸਾਡੇ ਨਾਲ ਇੱਕ ਹੋਰ ਨੌਜਵਾਨ ਆਗੂ, ਉਹਨਾਂ ਨਾਲ ਗੱਲ ਕਰਦੇ, ਉਹਨਾਂ ਦਾ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਸਿੰਘ, ਬਲਾਕ ਖੇੜਾ ਤੋਂ GRS। ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਮੋਦੀ ਸਰਕਾਰ ਨੇ 3 ਕਾਨੂੰਨ ਬਣਾਏ ਆ ਜੀ ਖੇਤੀਬਾੜੀ ਦੇ ਰਿਲੇਟਡ, ਤੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ। ਉਹ ਕਹਿੰਦੇ ਵੀ ਸੋਧ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਇਹਦੇ 'ਚ ਲਾਈਨਾਂ ਪਾ ਦਾਂਗੇ। ਇਹਦਾ ਕਿਸਾਨ ਆਗੂ, ਸਾਡੇ ਕਿਸਾਨ ਭਰਾ ਵੀਰ ਜਿਹੜੇ ਵੀ ਦਿੱਲੀ ਗਏ ਹੋਏ ਆ ਜੀ, ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਹਾਂ ਤੇ ਉਹ ਵੀ ਇਹੀ ਗੱਲ ਕਹਿ ਰਹੇ ਆ ਵੀ ਇਹ ਰੱਦ ਹੋਣੇ ਚਾਹੀਦੇ ਆ ਜੀ ਕਾਨੂੰਨ। ਇਹਦਾ ਮੇਨ ਮੋਟਿਵ ਕੀ ਆ ਜੀ ਵੀ ਅੱਜ 3 ਤਰੀਕ ਦਾ ਜਿਹੜਾ ਫੈਸਲਾ ਹੋਣਾ ਜੀ ਉੱਥੇ, ਉਹ ਕਹਿੰਦੇ ਆ ਵੀ ਅਸੀਂ ਸੋਧ ਕਰ ਦਾਂਗੇ, ਅਸੀਂ ਆਹ ਕਰ ਦਾਂਗੇ। ਮੀਟਿੰਗਾਂ ਵੀ ਚੱਲ ਰਹੀਆਂ, ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਆ ਜੀ, ਪਰ ਮੋਦੀ ਸਰਕਾਰ ਆਪਣੇ ਫੈਸਲੇ ਤੇ ਨਹੀਂ ਆ ਰਹੀ ਵੀ ਜਿਹੜਾ ਰੱਦ ਕਰਨੇ ਵਾਲਾ ਫੈਸਲਾ। ਉਹ ਕਿਸਾਨ ਯੂਨੀਅਨ ਨਾਲ ਅਸੀਂ ਫੁੱਲ ਸਮਰਥਨ ਦੇ ਵਿੱਚ ਆ ਜੀ, ਪੂਰਾ ਸਮਰਥਨ ਕਰਾਂਗੇ ਉਹਨਾਂ ਨੂੰ। ਉਹਨਾਂ ਦਾ ਪਿੱਛੇ ਪਰਿਵਾਰ ਦੀ ਵੀ ਸਹਾਇਤਾ, ਜੇ ਉਹਨਾਂ ਨੂੰ ਲੋੜ ਪੈਂਦੀ ਆ, ਜਿਹੜੇ ਕਿਸਾਨ ਸਾਡੇ ਪਿੰਡਾਂ 'ਚੋਂ, ਸਾਡੇ ਸ਼ਹਿਰਾਂ 'ਚੋਂ ਗਏ ਹੋਏ ਆ ਜੀ, ਉਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਮੈਂ ਅਪੀਲ ਵੀ ਕਰਦਾ ਤੇ ਅਸੀਂ ਮਦਦ ਵੀ ਕਰਾਂਗੇ ਵੀ ਉਹਨਾਂ ਦੇ ਘਰਦਿਆਂ ਦੀ ਵੀ ਸਪੋਰਟ ਕਰਨੀ ਚਾਹੀਦੀ ਆ ਜੀ। ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ, ਕੋਈ ਮੈਡੀਕਲ ਐਮਰਜੈਂਸੀ ਦੀ ਲੋੜ ਆ, ਤਾਂ ਪਿੱਛੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜੀ। ਸਾਡਾ ਉਹਨਾਂ ਨੂੰ ਹੌਸਲਾ ਵਧਾਉਣ ਦਾ ਮਕਸਦ ਆ ਜੀ। ਅੱਜ ਦੀ ਜਿਹੜੀ ਰੈਲੀ ਆ ਸਿਰਫ ਤੇ ਸਿਰਫ ਉਹਨਾਂ ਦਾ ਹੌਸਲਾ ਵਧਾਉਣ ਲਈ ਕੀਤੀ ਗਈ ਆ ਜੀ। ਜੇ ਉਹ ਹੁਣ ਪਿੰਡਾਂ 'ਚੋਂ ਜਿਵੇਂ ਵੀ ਅੱਗੇ ਬੰਦੇ ਜਾ ਰਹੇ ਆ, ਅਸੀਂ ਜ਼ਰੂਰ ਜਾਵਾਂਗੇ ਜੀ ਦਿੱਲੀ ਨੂੰ। ਇਹ ਸਨ ਮਨਰੇਗਾ ਆਗੂ ਜਿਹਨੇ ਕਿਹਾ ਹੈ ਕਿ ਕਿਸਾਨਾਂ ਦੀ ਹੌਸਲਾ ਵਸਾਈ ਲਈ ਸਾਨੂੰ ਕਿਸਾਨਾਂ ਦੇ ਝੰਡੇ ਥੱਲੇ ਉਹਨਾਂ ਦੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। D5 ਚੈਨਲ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।